ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ। ਕਿਵੇਂ ਹੋ ਸਾਰੇ? ਆਈ ਹੋਪ ਤੁਸੀਂ ਵਧੀਆ ਹੋਵੋਗੇ। ਅੱਜ ਤੋਂ ਆਪਾਂ ਪੋਲੀਟੀ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਟੌਪਿਕ ਜਿਹੜਾ ਚੱਕਿਆ ਉਹ ਹੈਗਾ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਜਿਹੜੇ ਸਾਨੂੰ ਮਿਲੇ ਹੋਏ ਨੇ, ਪਹਿਲਾਂ ਤਾਂ ਇਹ 7 ਸੀਗੀ, ਹੁਣ 6 ਰਹਿ ਗਏ, ਇੱਕ ਡਿਲੀਟ ਕਰਤਾ ਸੀ, ਉਹਦੇ ਬਾਰੇ ਵੀ ਗੱਲ ਕਰਾਂਗੇ। ਫੰਡਾਮੈਂਟਲ ਰਾਈਟਸ ਦੀ ਜਿਹੜੀ ਮੰਗ ਉੱਠੀ ਸੀਗੀ 1931 ਦੇ ਵਿੱਚ ਉੱਠੀ ਸੀ ਫੰਡਾਮੈਂਟਲ ਰਾਈਟਸ ਦੀ। ਓਕੇ, ਜਿਹੜੀ ਇਹ ਮੰਗ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਰਾਚੀ ਸੈਸ਼ਨ ਦੇ ਵਿੱਚ ਕੀ ਹੋਇਆ 1931 ਦੇ ਵਿੱਚ ਫੰਡਾਮੈਂਟਲ ਰਾਈਟਸ ਵੀ ਕੀ ਸਾਡੇ ਸਿਟੀਜ਼ਨਸ ਨੂੰ ਮਿਲਣੇ ਚਾਹੀਦੇ ਨੇ, ਉਦੋਂ ਇਹ ਮੰਗ ਉੱਠੀ ਸੀਗੀ। ਇਹਦੇ ਵਿੱਚ ਕੀ ਹੈ, ਸਾਡਾ ਕੌਨਸਟੀਟਿਊਸ਼ਨ ਦਾ ਜਿਹੜਾ ਪਾਰਟ 3 ਹੈ ਉਹਦੇ ਵਿੱਚ ਆਰਟੀਕਲ ਨੇ 12 to 35 ਤੱਕ। ਉਹਦੇ ਵਿੱਚ ਇਹਨਾਂ ਸਾਰੇ ਰਾਈਟਸ ਨੂੰ ਰੱਖਿਆ ਗਿਆ ਹੈ। ਸਾਨੂੰ ਕਿਹੜੇ ਕਿਹੜੇ ਫੰਡਾਮੈਂਟਲ ਰਾਈਟਸ ਮਿਲੇ ਨੇ ਸਾਨੂੰ ਵੈਸੇ ਪਤਾ ਵੀ ਹੋਣਾ ਚਾਹੀਦਾ। ਤਾਂ ਪਹਿਲਾਂ ਅਸੀਂ ਗੱਲ ਕਰਦੇ ਹਾਂ, ਸਾਡਾ ਪਹਿਲਾ ਰਾਈਟ ਮਿਲਿਆ ਸਾਨੂੰ ਰਾਈਟ ਟੂ ਇਕੁਐਲਿਟੀ, ਮਤਲਬ ਸਮਾਨਤਾ ਦਾ ਅਧਿਕਾਰ। ਜਿਹੜਾ ਸਮਾਨਤਾ ਦਾ ਅਧਿਕਾਰ ਹੈ ਆਰਟੀਕਲ 14 ਤੋਂ ਲੈ ਕੇ ਆਰਟੀਕਲ 18 ਤੱਕ, ਠੀਕ ਹੈ। ਇਹ 4 ਆਰਟੀਕਲਸ ਨੇ ਜਿਹਦੇ ਵਿੱਚ ਰਾਈਟ ਟੂ ਇਕੁਐਲਿਟੀ ਦੀ ਗੱਲ ਕੀਤੀ ਗਈ ਹੈ। ਪਹਿਲਾਂ ਗੱਲ ਕਰਦੇ ਹਾਂ ਆਰਟੀਕਲ 14 ਦੀ। ਆਰਟੀਕਲ 14 ਕੀ ਕਹਿੰਦਾ ਹੈਗਾ, ਇਕੁਐਲਿਟੀ ਬਿਫੋਰ ਲਾ, ਕਾਨੂੰਨ ਦੇ ਸਾਹਮਣੇ ਕੀ ਹੈ ਸਾਰੇ ਬਰਾਬਰ ਹੁੰਦੇ ਹਨ। ਇਹ ਕੌਣ ਕਹਿੰਦਾ? ਆਰਟੀਕਲ 14, ਜਿਹੜਾ ਕਿ ਸਾਡੇ ਫੰਡਾਮੈਂਟਲ ਰਾਈਟ ਪਹਿਲਾ ਹੈਗਾ ਰਾਈਟ ਟੂ ਇਕੁਐਲਿਟੀ, ਉਹਦੇ ਅੰਡਰ ਆਉਂਦਾ ਹੈਗਾ। ਉਸ ਤੋਂ ਬਾਅਦ ਆਰਟੀਕਲ 15, ਪ੍ਰੋਹੀਬਿਸ਼ਨ ਆਫ ਡਿਸਕ੍ਰਿਮੀਨੇਸ਼ਨ ਓਨਲੀ ਔਨ ਗਰਾਊਂਡਸ ਆਫ ਰਿਲੀਜਨ, ਕਾਸਟ, ਪਲੇਸ ਆਫ ਬਰਥ, ਧਰਮ, ਜਾਤੀ ਅਤੇ ਵੰਸ਼ ਦੇ ਆਧਾਰ 'ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਨਾ। ਇਹ ਕਿਹੜਾ ਸਾਡੇ ਕੋਲ ਆਰਟੀਕਲ 15 ਕਹਿੰਦਾ ਹੈ। ਆਰਟੀਕਲ 16, ਇਕੁਐਲਿਟੀ ਆਫ ਓਪਰਚੁਨਿਟੀ ਇਨ ਮੈਟਰਸ ਆਫ ਪਬਲਿਕ ਇੰਪਲੋਇਮੈਂਟ ਮਤਲਬ ਵੀ ਰੁਜ਼ਗਾਰ ਦੇ ਮੌਕੇ ਸਭ ਨੂੰ ਬਰਾਬਰ ਦਿੱਤੇ ਜਾਣਗੇ। ਅਤੇ ਆਰਟੀਕਲ 17 ਕੀ ਕਹਿੰਦਾ ਹੈ, ਐਬੋਲੀਸ਼ਨ ਆਫ ਅਨਟਚੇਬਿਲਿਟੀ, ਕਿਸੇ ਨਾਲ ਵੀ ਛੂਤ ਛਾਤ ਜਿਹੜੀ ਮਨਾਹੀ ਹੈ। ਉਸ ਤੋਂ ਬਾਅਦ ਆਰਟੀਕਲ 18, ਐਬੋਲੀਸ਼ਨ ਆਫ ਟਾਈਟਲਸ, ਵੀ ਜਿਹੜੀ ਹੁਣ ਡਾਕਟਰ ਦਾ ਮਿਲਦਾ ਹੈ ਜਾਂ ਫਿਰ ਆਰਮੀ, ਸਿਰਫ ਇਹੀ ਕੀ ਹੈ ਆਪਦੇ ਅੱਗੇ ਲਾ ਸਕਦੇ ਨੇ, ਹੋਰ ਨਹੀਂ ਕੋਈ। ਇਹਨਾਂ ਦੀ ਉਪਾਧੀਆਂ ਨੂੰ ਆਪਦੇ ਨਾਮ ਨਾਲ ਲਾਓ, ਜਿਵੇਂ ਕਿ ਕੋਈ ਵੀ ਮੰਨ ਲਓ ਇੱਕ ਤਾਂ ਆਰਮੀ 'ਚ ਬੰਦਾ, ਇੱਕ ਵੈਸੇ ਹੀ ਆਮ ਪਰਸਨ ਹੈ, ਹੁਣ ਉਹਦੇ ਅੱਗੇ ਤਾਂ ਲੈਫਟੀਨੈਂਟ ਜੇ ਲੱਗਦਾ ਹੀ ਹੈ, ਦੂਸਰੀ ਕੋਈ ਨਹੀਂ ਲਾ ਸਕਦਾ। ਇਹਦੀ ਕੀ ਹੈ ਆਰਟੀਕਲ, ਇਹ 18 ਆਰਟੀਕਲ ਦੇ ਵਿੱਚ ਕਿਹਾ ਗਿਆ ਹੈ। ਉਸ ਤੋਂ ਬਾਅਦ ਨੈਕਸਟ ਸਾਨੂੰ ਇਹ ਤਾਂ ਸਾਡਾ ਰਾਈਟ ਸੀਗਾ ਰਾਈਟ ਟੂ ਇਕੁਐਲਿਟੀ, ਸਾਡਾ ਫਸਟ ਰਾਈਟ ਸੀ, ਫਸਟ ਫੰਡਾਮੈਂਟਲ ਰਾਈਟ, ਜਿਹਦੇ ਵਿੱਚ ਆਰਟੀਕਲ 14 ਤੋਂ ਲੈ ਕੇ ਆਰਟੀਕਲ 18 ਤੱਕ ਸਾਡੀ ਰਾਈਟ ਟੂ ਇਕੁਐਲਿਟੀ ਆਉਂਦੀ ਸੀ। ਹੁਣ ਸਾਡਾ ਸੈਕਿੰਡ ਰਾਈਟ ਹੈ ਰਾਈਟ ਟੂ ਫਰੀਡਮ। ਰਾਈਟ ਟੂ ਫਰੀਡਮ ਦੇ ਵਿੱਚ ਕੀ ਹੈ, ਆਰਟੀਕਲ 19 ਤੋਂ ਲੈ ਕੇ ਆਰਟੀਕਲ 22 ਤੱਕ ਆਉਂਦੇ ਨੇ। ਇਹ 4 ਆਰਟੀਕਲ ਆਉਂਦੇ ਨੇ ਵੀ ਸਾਨੂੰ ਕਿਹੜੇ ਕਿਹੜੇ 4 ਆਰਟੀਕਲਸ ਮਿਲੇ ਹੋਏ ਨੇਗੇ, ਰਾਈਟਸ ਮਿਲੇ ਨੇ ਇਹਨਾਂ ਵਿੱਚ। ਸਭ ਤੋਂ ਪਹਿਲਾਂ ਹੈਗਾ ਆਰਟੀਕਲ 19, ਪ੍ਰੋਟੈਕਸ਼ਨ ਆਫ ਸਰਟੇਨ ਰਾਈਟਸ ਰਿਗਾਰਡਿੰਗ ਫਰੀਡਮ ਆਫ ਸਪੀਚ, ਬੋਲਣ ਦੇ ਸਾਨੂੰ ਕਈ ਸਾਰੇ ਕੀ ਅਧਿਕਾਰ ਮਿਲੇ ਹੋਏ ਨੇ, ਅਸੀਂ ਬੋਲ ਸਕਦੇ ਹਾਂ ਵੀ ਅਸੀਂ ਵਿਚਾਰ ਆਪਦੇ ਪ੍ਰਗਟ ਕਰਨ ਦੀ ਸਾਡੇ ਕੋਲ ਕੀ ਹੈ ਸੁਤੰਤਰਤਾ ਹੈ। ਜੇ ਸਾਡੇ ਨਾਲ ਕੋਈ ਧੱਕਾ ਕਰ ਰਿਹਾ ਤਾਂ ਅਸੀਂ ਇਹ ਜਿਹੜਾ ਆਰਟੀਕਲ ਦੇ ਅਕੋਰਡਿੰਗ ਉੱਥੇ ਜਾ ਕੇ ਅਸੀਂ ਪੁੱਛ ਸਕਦੇ ਵੀ ਹਾਂ ਇਹ ਸਾਡੇ ਨਾਲ ਕਿਉਂ ਕਰ ਰਹੇ ਹੋ। ਅਸੀਂ ਗੌਰਮੈਂਟ ਤੋਂ ਕੋਈ ਪੁੱਛਣਾ ਹੈ, ਸਾਨੂੰ ਰਾਈਟ ਹੈਗਾ, ਅਸੀਂ ਪੁੱਛ ਸਕਦੇ ਹਾਂ। ਜਿਵੇਂ ਹੁਣ ਮੀਡੀਆ ਵਾਲੇ ਨੇ ਉਹਨਾਂ ਨੂੰ 19A ਆਰਟੀਕਲ ਦੇ ਅਕੋਰਡਿੰਗ ਕੀ ਫੰਡਾਮੈਂਟਲ ਰਾਈਟ ਮਿਲਿਆ ਹੋਇਆ ਹੈ। ਉਹ ਸੁਤੰਤਰਤਾਪੂਰਵਕ ਹੀ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਨੇ। ਇੱਕ 19B ਹੈ ਫਰੀਡਮ ਟੂ ਅਸੈਂਬਲ ਪੀਸਫੁਲੀ, ਅਸੀਂ ਸ਼ਾਂਤੀਪੂਰਵਕ ਕੀ ਹੈ ਪੁੱਛ ਸਕਦੇ ਹਾਂ। ਫਰੀਡਮ ਟੂ ਫਾਰਮ ਐਸੋਸੀਏਸ਼ਨ, ਅਸੀਂ ਯੂਨੀਅਨਸ ਵੀ ਬਣਾ ਸਕਦੇ ਹਾਂ। ਇਹ ਆਰਟੀਕਲਸ ਦੇ ਵਿੱਚ ਜਿਹੜੀਆਂ ਅੱਜ ਕੱਲ੍ਹ ਯੂਨੀਅਨਸ ਬਣੀਆਂ ਹੋਈਆਂ ਨੇ, ਜਿਵੇਂ ਕਿ ETT ਯੂਨੀਅਨਸ ਨਹੀਂ ਹੈ, ਕਾਫੀ ਬੇਰੁਜ਼ਗਾਰਾਂ ਨਾਲ ਧੱਕਾ ਹੋ ਰਿਹਾ, ਯੂਨੀਅਨਸ ਬਣੀ ਹੋਈ ਹੈ। ਅੱਜ ਸਾਨੂੰ ਯੂਨੀਅਨ ਬਣਾਉਣ ਦਾ ਕੀ ਹੈ ਸਾਨੂੰ ਹੱਕ ਮਿਲਿਆ ਹੋਏਗਾ ਸਾਡੇ ਆਰਟੀਕਲ 19C ਦੇ ਵਿੱਚ। ਉਸ ਤੋਂ ਬਾਅਦ ਆਰਟੀਕਲ 19D, ਫਰੀਡਮ ਟੂ ਮੂਵਮੈਂਟ ਥਰੂ ਆਊਟ ਦਾ ਟੈਰੀਟਰੀ ਆਫ ਇੰਡੀਆ, ਅਸੀਂ ਸਾਨੂੰ ਇਹ ਵੀ ਫਰੀਡਮ ਮਿਲੀ ਹੋਈ ਆ ਮੂਵਮੈਂਟ ਦੀ, ਠੀਕ ਹੈ। ਇਹ ਸਾਨੂੰ 19 ਦੇ ਅੰਡਰ ਕੀ 4 ਮਿਲੇ ਸੀ, 19A, 19B, 19C ਐਂਡ 19D। ਉਸ ਤੋਂ ਬਾਅਦ 19 ਦੋ ਹੋਰ ਵੀ ਨੇ, 19E, ਫਰੀਡਮ ਟੂ ਰੈਜ਼ੀਡੈਂਸ ਐਂਡ ਸੈਟਲਮੈਂਟ ਇਨ ਐਨੀ ਪਾਰਟ ਆਫ ਦੀ ਕੰਟਰੀ, ਅਸੀਂ ਇੰਡੀਆ ਦੇ ਵਿੱਚ ਕੋਈ ਵੀ ਸਾਡੀ ਇੰਡੀਆ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਰਹਿ ਸਕਦੇ ਹਾਂ, ਠੀਕ ਹੈ। 19G, ਫਰੀਡਮ ਆਫ ਪ੍ਰੋਫੈਸਰ ਆਕਿਊਪੇਸ਼ਨ, ਸਾਨੂੰ ਇਹ ਵੀ ਪ੍ਰੋਫੈਸ਼ਨ ਹੈ ਜਿਹੜੀ ਅਸੀਂ ਆਕਿਊਪੇਸ਼ਨ ਦੀ, ਉਹ ਵੀ ਸਾਨੂੰ ਕੀ ਹੈ ਰਾਈਟ ਮਿਲਿਆ ਹੋਇਆ। ਉਸ ਤੋਂ ਬਾਅਦ ਆਰਟੀਕਲ 20 ਆਰਟੀਕਲ ਕੀ ਕਹਿੰਦਾ ਹੈ,
ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵਿਕਸ਼ਨ ਆਫ offenses। ਅਸੀਂ ਕੀ ਜਿਵੇਂ ਜ਼ੁਲਮ ਦੇ ਲਈ ਕੋਈ ਸਾਨੂੰ ਗ੍ਰਿਫਤਾਰ ਕਰ ਲਈ, ਠੀਕ ਹੈ, ਉਸ ਤੋਂ ਬਾਅਦ ਅਸੀਂ ਕੀ ਹੈ ਅਸੀਂ ਇਸ ਆਰਟੀਕਲ ਦੇ ਅਕੋਰਡਿੰਗ, ਠੀਕ ਹੈ, ਜੇ ਸਾਨੂੰ ਵੀ ਸਾਡੇ 'ਤੇ ਉਹ ਲੱਗਿਆ ਇਲਜ਼ਾਮ ਗਲਤ ਹੈ ਤਾਂ ਅਸੀਂ ਕੀ ਹੈ, ਸਾਨੂੰ ਕੋਰਟ ਹੈ ਜਿਹੜੀ 24 ਆਵਰ ਦਾ ਟਾਈਮ ਦਿੰਦੀ ਹੈਗੀ, ਅਸੀਂ ਕੀ ਹੈ ਵਕੀਲ ਕਰਕੇ ਆਪਣੀ ਰਿਹਾਈ ਕਰਵਾ ਸਕਦੇ ਹਾਂ, ਠੀਕ ਹੈ। ਅਤੇ ਇਹ ਆਰਟੀਕਲ ਇਹ ਵੀ ਕਹਿੰਦਾ ਹੈਗਾ ਕਿ ਇੱਕ ਜ਼ੁਲਮ ਲਈ, ਮਤਲਬ ਅਸੀਂ ਇੱਕ ਵਾਰ ਜ਼ੁਲਮ ਕੀਤਾ ਉਹਦੇ ਸਾਨੂੰ 2 ਵਾਰ ਸਜ਼ਾ ਨਹੀਂ ਮਿਲੂਗੀ, ਸਿਰਫ ਇੱਕ ਵਾਰ ਹੀ ਸਜ਼ਾ ਮਿਲੂਗੀ। ਅਤੇ ਜੇ ਕੋਈ ਹੁਣ ਕਿਸੇ ਨੇ ਸਾਡੇ ਨਾਲ ਧੱਕਾ ਹੁੰਦਾ ਦੇਖਿਆ ਵੀ, ਉਹ ਗਵਾਹੀ ਦੇ ਕੇ ਸਾਨੂੰ ਬਚਾ ਸਕਦਾ, ਅਸੀਂ ਪਰ ਉਹ ਗਵਾਹੀ ਦੇਣ ਵਾਲੇ ਬੰਦੇ ਨਾਲ ਧੱਕਾ ਨਹੀਂ ਕਰ ਸਕਦੇ, ਸਾਨੂੰ ਧੱਕੇ ਨਾਲ ਹੀ ਅਸੀਂ ਉਹਨੂੰ ਕਹੀਏ ਵੀ ਸਾਡੀ ਗਵਾਹੀ ਦੇ, ਠੀਕ ਹੈ, ਕਿਸੇ ਨਾਲ ਕੋਈ ਧੱਕਾ ਨਹੀਂ ਕਰਨਾ। ਇਹ ਆਰਟੀਕਲ 20 ਦੇ ਵਿੱਚ ਕਿਹਾ ਗਿਆ ਹੈ। ਉਸ ਤੋਂ ਬਾਅਦ ਆਰਟੀਕਲ 21 ਕੀ ਕਹਿੰਦਾ ਹੈ, ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ। ਅਸੀਂ ਆਪਣੀ ਲਾਈਫ ਨੂੰ ਪ੍ਰੋਟੈਕਟ ਕਰਨ ਦਾ ਸਾਨੂੰ ਕੀ ਪਰਸਨਲ ਲਿਬਰਟੀ ਮਿਲੀ ਹੋਈ ਹੈ, ਸਾਨੂੰ ਪਰਸਨਲੀ ਕੀ ਹੈ ਆਜ਼ਾਦੀ ਦਿੱਤੀ ਹੈਗੀ ਆਰਟੀਕਲ 21 ਨੇ। ਅਤੇ ਉਸ ਤੋਂ ਬਾਅਦ 21A ਦੇ ਵਿੱਚ ਜਿਹੜਾ ਹੈ ਆਰਟੀਕਲ, ਇਹਦੇ ਵਿੱਚ ਕੀ ਹੈ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਟੂ ਆਲ ਚਿਲਡਰਨ ਆਫ ਦਾ ਏਜ ਆਫ 6 to 14 years। ਇਹ ਵੀ ਇਹਦੇ ਵਿੱਚ ਕੀ ਹੈ ਐਡ ਕਰਤਾ ਸੀ, ਇਹ ਬਾਅਦ ਦੇ ਵਿੱਚ ਐਡ ਕੀਤਾ, 86 ਅਮੈਂਡਮੈਂਟ ਹੋਈ ਸੀਗੀ 2002 ਦੇ ਵਿੱਚ, ਉਦੋਂ ਇਹਦੇ ਵਿੱਚ ਕੀ ਹੈ ਐਡ ਕੀਤਾ। ਆਰਟੀਕਲ 22 ਪ੍ਰੋਟੈਕਸ਼ਨ ਅਗੇਨਸਟ ਅਰੈਸਟ ਡਿਟੇਂਸ਼ਨ ਇਨ ਸਰਟਨ ਕੇਸਿਸ। ਜਦੋਂ ਕਿਸੇ ਪਰਸਨ ਨੂੰ ਕੀ ਹੈ ਪੁਲਿਸ ਦੁਆਰਾ ਅਰੈਸਟ ਕੀਤਾ ਜਾਂਦਾ ਹੈ ਤਾਂ ਉਹ ਆਪਣੇ ਬਚਾਅ ਦੇ ਲਈ ਆਪਣੇ ਵਕੀਲ ਨਾਲ ਗੱਲ ਕਰ ਸਕਦਾ ਹੈ। ਅਰੈਸਟ ਕਰਨ ਤੋਂ ਬਾਅਦ ਕਿ ਉਹਨੂੰ 24 ਘੰਟੇ ਦੇ ਵਿੱਚ ਨੇੜੇ ਦੇ ਕਿਸੇ ਵੀ ਜੱਜ ਕੋਲ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ। ਉਸ ਤੋਂ ਬਾਅਦ ਇਹ ਜਿਹੜਾ ਆਰਟੀਕਲ ਹੈ, ਜਿਹੜੀ ਸਾਡੇ ਐਨੀਮੀ ਅਲਾਇੰਸਿਸ ਨੇ ਉਹਨਾਂ 'ਤੇ ਇਹ ਲਾਗੂ ਨਹੀਂ ਹੁੰਦਾ, ਠੀਕ ਹੈ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅਸੀਂ 2 ਰਾਈਟ ਕਰ ਲਏ, ਇੱਕ ਤਾਂ ਰਾਈਟ ਟੂ ਇਕੁਐਲਿਟੀ, ਇੱਕ ਰਾਈਟ ਟੂ ਫਰੀਡਮ। ਉਹਦੇ ਅੰਡਰ ਕਿਹੜੇ ਕਿਹੜੇ ਆਰਟੀਕਲ ਆਉਂਦੇ ਸੀਗੇ ਉਹ ਕਰ ਲਏ। ਰਾਈਟ ਟੂ ਇਕੁਐਲਿਟੀ ਦੇ ਵਿੱਚ ਆਰਟੀਕਲ 14 ਤੋਂ ਆਰਟੀਕਲ 18 ਆਉਂਦੇ ਨੇ, ਅਤੇ ਰਾਈਟ ਟੂ ਫਰੀਡਮ ਦੇ ਵਿੱਚ ਆਰਟੀਕਲ 19 ਤੋਂ ਆਰਟੀਕਲ 22 ਤੱਕ ਆਉਂਦੇ ਨੇ। ਇਹ 4 ਇੰਨੇ ਕੁ ਅੱਜ ਲਈ ਬਹੁਤ ਹੈ। ਅਸੀਂ ਜਿਹੜੇ ਸਾਡੇ ਬਾਕੀ ਦੇ ਰਹਿ ਗਏ 5 ਆਰਟੀਕਲਸ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ। ਇੰਨੇ ਤੱਕ ਇੱਕ ਵਾਰ ਫਿਰ ਵੀਡੀਓ ਦੇਖ ਲਿਓ, ਤੁਹਾਨੂੰ ਪੱਕੇ ਹੋ ਜਾਣਗੇ ਸਾਰੇ ਆਰਟੀਕਲਸ। ਇਹਨਾਂ ਦੇ ਵਿੱਚੋਂ ਹੀ ਕੀ ਹੈ ਕੁਐਸਚਨਸ ਆਉਂਦੇ ਹੀ ਆਉਂਦੇ ਨੇ। ਥੈਂਕਸ ਫॉर ਵਾਚਿੰਗ, ਸਬਸਕ੍ਰਾਈਬ ਮਾਈ ਚੈਨਲ। ਨੋਟੀਫਿਕੇਸ਼ਨ ਨੈਕਸਟ ਵੀਡੀਓ ਦੇ ਲਈ ਨੋਟੀਫਿਕੇਸ਼ਨ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ।